ਅੰਮ੍ਰਿਤਸਰ ਈਸਟ ਤੇ ਸਭ ਤੋਂ ਵੱਡੀ ਚੋਣ ਜੰਗ ਨਵਜੋਤ ਸਿੱਧੂ ਦਾ ਮੁਕਾਬਲਾ ਕਰਨਗੇ ਵਿਕਰਮ ਮਜੀਠੀਆ। ਸੁਖਬੀਰ ਬਾਦਲ ਨੇ ਕੀਤਾ ਐਲਾਨ, ਕਿਹਾ ਸਿੱਧੂ ਦਾ ਤੋੜਾਂਗੇ ਹੰਕਾਰ। ਕਾਂਗਰਸ ਨੇ ਅਕਾਲੀ ਦਲ ਦਾ ਚੈਲੰਜ ਕੀਤਾ ਕਬੂਲ, ਕਿਹਾ ਅੰਮ੍ਰਿਤਸਰ ਪੂਰਬੀ ਤੋਂ ਮਜੀਠੀਆ ਨੂੰ ਹਰਾ ਕੇ ਭੇਜਣ ਦਾ ਦਾਅਵਾ। ਰਾਘਵ ਚੱਡਾ ਨੇ ਕੀਤਾ ਤੰਜ, ਕਿਹਾ ਮਜੀਠੀਆ ਨੂੰ ਸਿੱਧੂ ਖਿਲਾਫ ਉਤਾਰ ਕੇ ਚੰਨੀ ਨੇ ਖੇਡਿਆ ਮਾਸਟਰ ਸਟ੍ਰੋਕ। ਵਿਕਰਮ ਮਜੀਠੀਆ ਦਾ ਸੀਐਮ ਚੰਨੀ ਰੰਧਾਵਾ ਤੇ ਚਟੋਪਾਧਿਆਏ ਤੇ ਗੰਭੀਰ ਇਲਜ਼ਾਮ, ਕਿਹਾ ਇੱਕ ਭਗੌੜੇ ਨਾਲ ਮਿਲ ਕੇ ਮੇਰੇ ਖਿਲਾਫ ਰਚੀ ਗਈ ਸਾਜ਼ਿਸ਼। ਰੰਧਾਵਾ ਬੋਲੇ ਚੋਰ ਕਦੇ ਚੋਰੀ ਨਹੀਂ ਮੰਨਦਾ। ਸੀਐਮ ਚੰਨੀ ਦਾ ਜਵਾਬ, ਮਜੀਠੀਆ ਦੇ ਉੱਡ ਗਏ ਨੇ ਤੋਤੇ। ਇਸ ਵਾਰ ਫਿਰ ਚੋਣਾਂ ਲੜਨਗੇ 94 ਸਾਲਾ ਸਾਬਕਾ ਸੀਐਮ ਪ੍ਰਕਾਸ਼ ਸਿੰਘ ਬਾਦਲ। ਜੱਦੀ ਹਲਕੇ ਲੰਬੀ ਤੋਂ ਬਣਾਇਆ ਪਾਰਟੀ ਨੇ ਉਮੀਦਵਾਰ। ਸੁਖਬੀਰ ਬਾਦਲ ਨੇ ਕੀਤਾ ਐਲਾਨ। ਟਿਕਟ ਕੱਟੇ ਜਾਣ ਤੇ ਕਾਂਗਰਸ ਝੂਠੀ ਬਗਾਵਤ। ਅਮਰੀਕ ਸਿੰਘ ਢਿੱਲੋਂ, ਸਤਵਿੰਦਰ ਬਿੱਟੀ ਤੇ ਦਾਮਨ ਬਾਜਵਾ ਨੇ ਦਿਖਾਏ ਤੇਵਰ। ਪਾਰਟੀ ਨੂੰ ਮੁੜ ਫੈਸਲਾ ਵਿਚਾਰਨ ਦੀ ਕੀਤੀ ਅਪੀਲ, ਕਿਹਾ ਨਹੀਂ ਤਾਂ ਆਜ਼ਾਦ ਲੜਾਂਗੇ ਚੋਣ। ਕਾਂਗਰਸ ਦੀਆਂ ਟਿਕਟਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਨੇ ਸਾਧੇ ਨਿਸ਼ਾਨੇ। ਰਾਘਵ ਚੱਡਾ ਬੋਲੇ ਕਾਂਗਰਸ ਦਾ ਦਲਿਤ ਵਿਰੋਧੀ ਚਿਹਰਾ ਆਇਆ ਸਾਹਮਣੇ। ਚੰਨੀ ਨੂੰ ਛੱਡ ਕੇ ਬਾਕੀਆਂ ਦੇ ਰਿਸ਼ਤੇਦਾਰਾਂ ਨੂੰ ਦਿੱਤੀਆਂ ਟਿਕਟਾਂ। ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਬਿਗ ਫਾਈਟ ਲੈ ਕੇ ਮੈਂ ਵਿਜੇਪਾਲ ਸਿੰਘ ਬਰਾੜ ਤੁਹਾਡੇ ਸਾਹਮਣੇ ਹਾਜ਼ਰ ਹਾਂ ਤੇ ਬਿਗ ਫਾਈਟ 'ਚ ਗੱਲ ਸਭ ਤੋਂ ਪਹਿਲਾਂ ਉਸ ਹੌਟ ਸੀਟ ਦੀ ਜੋ ਸਭ ਤੋਂ ਜ਼ਿਆਦਾ ਦਿਲਚਸਪ ਬਣ ਗਈ ਹੈ। ਅੰਮ੍ਰਿਤਸਰ ਪੂਰਬੀ ਹਲਕਾ, ਅੰਮ੍ਰਿਤਸਰ ਈਸਟ, ਅੰਮ੍ਰਿਤਸਰ ਪੂਰਬੀ ਹਲਕਾ ਜਿੱਥੋਂ ਨਵਜੋਤ ਸਿੰਘ ਸਿੱਧੂ ਚੋਣ ਲੜਦੇ ਨੇ। ਇਸ ਵੇਲੇ ਪੰਜਾਬ ਦੀ ਹੌਟ ਸੀਟ ਬਣਨ ਜਾ ਰਹੀ ਹੈ ਕਿਉਂਕਿ ਅਕਾਲੀ ਦਲ ਨੇ ਨਵਜੋਤ ਸਿੰਘ ਸਿੱਧੂ ਦੇ ਸਾਹਮਣੇ ਇਸ ਸੀਟ ਤੋਂ ਵਿਕਰਮ ਸਿੰਘ ਮਜੀਠੀਆ ਨੂੰ ਉਤਾਰ ਦਿੱਤਾ ਹੈ, ਜਿਸ ਤੋਂ ਬਾਅਦ ਇਹ ਚੋਣ ਜੰਗ ਬੇहद ਦਿਲਚਸਪ ਬਣ ਗਈ ਹੈ। ਇੱਕ ਤਾਂ ਨਵਜੋਤ ਸਿੱਧੂ ਤਿਆਰ ਹੋ ਜਾ। ਨਵਜੋਤ ਸਿੱਧੂ ਦੇ ਖਿਲਾਫ ਮਾਝੇ ਦਾ ਸ਼ਹਿਰ ਵਿਕਰਮ ਸਿੰਘ ਮਜੀਠੀਆ ਲੜੂਗਾ। ਕੁਝ ਇਸ ਅੰਦਾਜ਼ ਦੇ ਵਿੱਚ ਸੁਖਬੀਰ ਬਾਦਲ ਨੇ ਨਵਜੋਤ ਸਿੰਘ ਸਿੱਧੂ ਨੂੰ ਚੁਣੌਤੀ ਦਿੱਤੀ। ਸਿੱਧੂ ਦੇ ਖਿਲਾਫ ਅਕਾਲੀ ਦਲ ਨੇ ਆਪਣੇ ਮਾਝੇ ਦੇ ਸਭ ਤੋਂ ਵੱਡੇ ਚਿਹਰੇ ਵਿਕਰਮ ਮਜੀਠੀਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤਾ, ਜਿਸ ਦੇ ਨਾਲ ਅੰਮ੍ਰਿਤਸਰ ਪੂਰਬੀ ਸੀਟ ਦੀ ਜੰਗ ਦਿਲਚਸਪ ਬਣ ਗਈ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਸਾਰੇ ਅੰਮ੍ਰਿਤਸਰ ਦੇ ਵਰਕਰਾਂ ਦੀ ਮੰਗ ਸੀ ਕਿ ਸਿੱਧੂ ਦਾ ਹੰਕਾਰ ਤੋੜਨ ਦੇ ਲਈ ਮਜੀਠੀਆ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ। ਸੁਖਬੀਰ ਨੇ ਸਿੱਧੂ ਦੀ ਜ਼ਮਾਨਤ ਜ਼ਬਤ ਕਰਵਾਉਣ ਦਾ ਦਮ ਭਰਿਆ। ਸਾਰੇ ਵਰਕਰ ਸਾਰਿਆਂ ਨੇ ਅੱਜ ਮੈਨੂੰ ਬੇਨਤੀ ਕੀਤੀ ਕਿ ਨਵਜੋਤ ਸਿੰਘ ਸਿੱਧੂ ਦਾ ਹੰਕਾਰ ਤੋੜਨਾ ਹੀ ਤੋੜਨਾ ਹੈ। ਵਿਕਰਮ ਸਿੰਘ ਮਜੀਠੀਆ ਨਵਜੋਤ ਸਿੰਘ ਸਿੱਧੂ ਦੀ ਜ਼ਮਾਨਤ ਜ਼ਬਤ ਕਰਾਊਗਾ। ਸੁਖਬੀਰ ਨੇ ਇਹ ਵੀ ਦਾਅਵਾ ਕੀਤਾ ਕਿ ਇਸ ਵਾਰ ਸਿੱਧੂ ਦਾ ਮੁਕਾਬਲਾ ਅਕਾਲੀ ਦਲ ਦੀ ਫੌਜ ਦੇ ਨਾਲ ਹੈ, ਜਿਸ ਦੀ ਅਗਵਾਈ ਮਾਝੇ ਦਾ ਜਰਨੈਲ ਵਿਕਰਮ ਮਜੀਠੀਆ ਕਰੇਗਾ ਅਤੇ ਸਿੱਧੂ ਦੀ ਆਖਰੀ ਚੋਣ ਹੋਵੇਗੀ। ਉਹਦੇ ਸਿਆਸੀ ਜੀਵਨ ਦਾ ਅੰਤ ਆ ਰਿਹਾ, ਹੁਣ ਅੰਤ ਆ ਗਿਆ। ਉਹਦਾ ਅਖੀਰਲਾ ਇਲੈਕਸ਼ਨ ਹੈ। ਨਵਜੋਤ ਸਿੰਘ ਸਿੱਧੂ ਦਾ ਅਖੀਰਲਾ ਇਲੈਕਸ਼ਨ, ਉਹਨੇ ਆਪ ਹੀ ਭੱਜਣਾ। ਉਧਰ ਕਾਂਗਰਸ ਨੇ ਵੀ ਅਕਾਲੀ ਦਲ ਦਾ ਇਹ ਚੈਲੰਜ ਕਬੂਲ ਕਰ ਲਿਆ ਹੈ। ਕਾਂਗਰਸ ਨੇ ਮਜੀਠੀਆ ਨੂੰ ਵੈਲਕਮ ਕੀਤਾ ਅਤੇ ਦਾਅਵਾ ਕੀਤਾ ਕਿ ਅੰਮ੍ਰਿਤਸਰ ਪੂਰਬੀ ਤੋਂ ਮਜੀਠੀਆ ਨੂੰ ਹਰਾ ਕੇ ਭੇਜਿਆ ਜਾਵੇਗਾ। ਬਈ ਕਿਤੇ ਨਾ ਕਿਤੇ ਹਾਰਨਾ ਹੀ ਹੈ ਨਾ ਉਹਨੇ। ਉਹ ਚਾਹੁੰਦਾ ਹੈ ਕਿ ਮੈਂ ਤਗੜੇ ਬੰਦੇ ਦੇ ਥੱਲੇ ਲੱਗ ਕੇ ਹਾਰ ਜਾਂ ਤੇ ਹਾਰ ਜੇ, ਉਹ 'ਚ ਕੀ ਦਿੱਕਤ ਹੈ। ਵਿਕਰਮ ਮਜੀਠੀਆ ਦੇ ਚੋਣ ਮੈਦਾਨ ਦੇ ਵਿੱਚ ਆਉਣ ਨਾਲ ਅੰਮ੍ਰਿਤਸਰ ਪੂਰਬੀ ਸੀਟ ਪੰਜਾਬ ਦੀ ਹੌਟ ਸੀਟ ਬਣ ਗਈ ਹੈ। ਸਭ ਦੀਆਂ ਨਜ਼ਰਾਂ ਇਸ ਸੀਟ ਉੱਤੇ ਟਿਕ ਗਈਆਂ ਨੇ, ਪਰ ਇਹ ਵੀ ਤੈਅ ਹੈ ਕਿ ਜੋ ਵੀ ਇਸ ਸੀਟ ਨੂੰ ਜਿੱਤ ਕੇ ਨਿਕਲੇਗਾ ਪੰਜਾਬ ਦੀ ਸਿਆਸਤ ਦੇ ਵਿੱਚ ਅਤੇ ਪਾਰਟੀ ਦੇ ਵਿੱਚ ਉਸ ਦਾ ਕੱਦ ਬਹੁਤ ਵੱਡਾ ਹੋ ਜਾਵੇਗਾ। ਸਿੱਧੂ ਜੇਕਰ ਜਿੱਤਦੇ ਨੇ ਤਾਂ ਸੀਐਮ ਦੀ ਕੁਰਸੀ ਤੇ ਉਹਨਾਂ ਦਾ ਦਾਅਵਾ ਮਜ਼ਬੂਤ ਹੋ ਜਾਵੇਗਾ। ਅੰਮ੍ਰਿਤਸਰ ਤੋਂ ਰਜੀਵ ਸ਼ਰਮਾ, ਨਿਊਜ਼ 18। ਤੇ ਟਵੀਟ ਕੀਤਾ ਗਿਆ ਹੈ ਵਿਕਰਮ ਸਿੰਘ ਮਜੀਠੀਆ ਵੱਲੋਂ ਜਦੋਂ ਉਹਨਾਂ ਦਾ ਐਲਾਨ ਹੋਇਆ ਉਮੀਦਵਾਰੀ ਦਾ। ਉਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੇ ਟਵੀਟ ਕੀਤਾ ਔਰ ਟਵੀਟ ਦੇ ਵਿੱਚ ਵਿਕਰਮ ਸਿੰਘ ਮਜੀਠੀਆ ਨੇ ਲਿਖਿਆ ਹੈ ਕਿ ਅੰਮ੍ਰਿਤਸਰ ਪੂਰਬੀ ਤੋਂ ਚੋਣਾਂ ਲੜਨ ਦਾ ਮੌਕਾ ਦੇਣ ਲਈ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਧੰਨਵਾਦ। ਅਕਾਲੀਆਂ ਕੋਲ ਪੰਜਾਬ ਦੇ ਅਧਿਕਾਰਾਂ ਦੀ ਰੱਖਿਆ ਅਤੇ ਨਵਜੋਤ ਸਿੱਧੂ ਵਰਗੇ ਪੰਜਾਬ ਵਿਰੋਧੀ ਅੰਸਰਾਂ ਨਾਲ ਲੜਨ ਦਾ ਬਹਾਦਰੀ ਭਰਿਆ ਇਤਿਹਾਸ ਹੈ। ਇਹ ਟਵੀਟ ਵਿਕਰਮ ਸਿੰਘ ਮਜੀਠੀਆ ਵੱਲੋਂ ਕੀਤਾ ਗਿਆ।
ਤੇ ਇੱਕ ਪਾਸੇ ਅਕਾਲੀ ਦਲ ਨੇ ਮਜੀਠੀਆ ਨੂੰ ਸਿੱਧੂ ਦੇ ਖਿਲਾਫ ਚੋਣ ਮੈਦਾਨ 'ਚ ਉਤਾਰਿਆ ਤਾਂ ਦੂਜੇ ਪਾਸੇ ਨਵਜੋਤ ਸਿੱਧੂ ਦੀ ਧਰਮ ਪਤਨੀ ਨਵਜੋਤ ਕੌਰ ਨੇ ਮਜੀਠੀਆ ਤੇ ਨਿਸ਼ਾਨੇ ਸਾਧੇ ਤੇ ਕਿਹਾ ਕਿ ਚੋਣ ਲੜਨ ਤੋਂ ਪਹਿਲਾਂ ਮਜੀਠੀਆ ਆਪਣੀ ਜ਼ਮਾਨਤ ਤਾਂ ਕਰਵਾ ਲਵੇ। ਕੋਈ ਚੈਲੰਜ ਨਹੀਂ ਹੈ ਸਾਡੇ ਵਾਸਤੇ, ਜੋ ਪੈਸੇ ਸੀ ਅਸੀਂ ਕੰਮ ਕੀਤਾ, ਸਾਡੇ ਵਾਸਤੇ ਕਿਉਂ ਚੈਲੰਜ ਹੈ? ਵੋਟਰਸ ਲਈ ਚੈਲੰਜ ਹੈ, ਵੋਟਰਸ ਦੇ ਡਿਸੀਜਨ 'ਚ ਫਰਕ ਪੈਂਦਾ ਹੈ। ਉਹ ਕਹਿੰਦੇ ਜੀ ਅਖੀਰਲਾ ਇਲੈਕਸ਼ਨ ਹੋਏਗਾ ਨਵਜੋਤ ਸਿੰਘ ਸਿੱਧੂ ਦਾ। ਦੇਖੋ ਕਿਸੇ ਦੇ ਕਹਿਣ ਨਾਲ ਕੁਝ ਨਹੀਂ ਹੁੰਦਾ, ਲੋਕ ਦੁਨੀਆ ਬਹੁਤ ਵੱਡੀ ਗੱਲਾਂ ਕਰਦੀ ਹੈ, ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਤਾਂ ਬੰਦਾ ਕਦਮ ਨਹੀਂ ਉਠਾ ਸਕਦਾ, ਇਹ ਤਾਂ ਬਹੁਤ ਵੱਡੀ ਗੱਲ ਹੈ। ਉਹਨਾਂ ਨੂੰ ਕਹੋ ਹਜੇ ਆਪਣੀ ਬੇਲ ਤਾਂ ਲੈ ਲਓ, ਜੇਲ੍ਹ 'ਚੋਂ ਇਲੈਕਸ਼ਨ ਲੜਨ ਦੀ ਸਲਾਹ ਹੈ ਤਾਂ ਵੀ ਠੀਕ ਹੈ, ਕੋਈ ਗੱਲ ਨਹੀਂ, ਜੇਲ੍ਹ 'ਚ ਬੈਠੇ ਵੀ ਲੜ ਲੈਣਗੇ। ਉਹ ਕਹਿੰਦੇ ਭਜਾਵਾਂਗੇ ਹੁਣ ਨਵਜੋਤ ਸਿੰਘ ਸਿੱਧੂ ਨੂੰ। ਉਹ ਕਹਿੰਦੇ ਜੀ ਬਹੁਤ ਉਹਨਾਂ 'ਚ ਹੰਕਾਰ ਆ ਗਿਆ ਸੀ, ਇਸ ਤਰ੍ਹਾਂ ਦੀ ਸੁਖਬੀਰ ਬਾਦਲ ਨੇ ਵਰਡਿੰਗ ਯੂਜ਼ ਕੀਤੀ ਹੈ। ਮੈਨੂੰ ਤਾਂ ਨਹੀਂ ਲੱਗਦਾ ਸਾਡੇ 'ਚ ਕੋਈ ਹੰਕਾਰ ਆਇਆ, ਅਸੀਂ ਤਾਂ ਡੋਰ ਟੂ ਡੋਰ ਸੜਕਾਂ ਤੇ ਘੁੰਮਦੇ ਫਿਰਦੇ ਹਾਂ। ਹੰਕਾਰੇ ਤਾਂ ਉਹ ਬੰਦੇ ਹੁੰਦੇ ਆ ਜਿਹੜੇ ਗੱਡੀਆਂ 'ਚੋਂ ਨਹੀਂ ਉਤਰਦੇ ਜਾਂ ਆਪਣੇ ਆਪ ਨੂੰ ਬਹੁਤ ਵੱਡਾ ਸਮਝਦੇ ਆ। ਤੇ ਇਸ ਤੇ ਰਾਘਵ ਚੱਡਾ ਜਿਹੜੇ ਆਮ ਆਦਮੀ ਪਾਰਟੀ ਦੇ ਕੋ ਕਨਵੀਨਰ ਨੇ ਪੰਜਾਬ ਦੇ, ਉਹਨਾਂ ਨੇ ਵੀ ਟਵੀਟ ਕਰਕੇ ਤੰਜ ਕੱਸਿਆ ਹੈ ਔਰ ਸੀਐਮ ਚੰਨੀ ਨੂੰ ਵੀ ਉਹਨਾਂ ਨੇ ਆਪਣੇ ਟਵੀਟ ਦੇ ਜ਼ਰੀਏ ਲਪੇਟੇ 'ਚ ਲੈਣ ਦੀ ਕੋਸ਼ਿਸ਼ ਕੀਤੀ ਹੈ। ਰਾਘਵ ਚੱਡਾ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਚੰਨੀ ਸਾਹਿਬ ਦਾ ਮਾਸਟਰ ਸਟ੍ਰੋਕ ਮਜੀਠੀਆ ਨੂੰ ਸਿੱਧੂ ਦੇ ਖਿਲਾਫ ਖੜਾ ਕਰ ਦਿੱਤਾ। ਮਜੀਠੀਆ ਵੀ ਚੰਨੀ ਸਾਹਿਬ ਦਾ ਅਹਿਸਾਨ ਉਤਾਰ ਰਹੇ ਨੇ, ਚੰਨੀ ਸਾਹਿਬ ਨੇ ਉਹਨਾਂ ਨੂੰ ਗ੍ਰਿਫਤਾਰ ਜੋ ਨਹੀਂ ਕੀਤਾ। ਸੋ ਇਹ ਟਵੀਟ ਕਰਕੇ ਰਾਘਵ ਚੱਡਾ ਵੱਲੋਂ ਤੰਜ ਕੱਸਿਆ ਗਿਆ ਹੈ ਸੀਐਮ ਚੰਨੀ ਦੇ ਉੱਪਰ। ਤਾਂ ਬਿਕਰਮ ਮਜੀਠੀਆ ਤੇ ਨਵਜੋਤ ਸਿੰਘ ਸਿੱਧੂ ਪਿਛਲੇ 5 ਸਾਲਾਂ ਦੌਰਾਨ ਕਈ ਵਾਰ ਆਮੋ ਸਾਹਮਣੇ ਨਜ਼ਰ ਆਏ। ਦੋਨਾਂ ਦੇ ਵਿਚਾਲੇ ਤਿੱਖੀ ਬਿਆਨਬਾਜ਼ੀ ਹੋਈ, ਤਲਖ ਕਲਾਮੀ ਹੋਈ। ਪਿਛਲੇ ਸਾਲ 11 ਨਵੰਬਰ ਨੂੰ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੌਰਾਨ ਮਜੀਠੀਆ ਤੇ ਸਿੱਧੂ ਵਿਚਾਲੇ ਖੂਬ ਬਹਿਸ ਹੋਈ ਤੇ ਇਹ ਬਹਿਸ ਇੱਥੋਂ ਤੱਕ ਪਹੁੰਚੀ ਕਿ ਭਾਸ਼ਾ ਦੀ ਮਰਿਆਦਾ ਵੀ ਤਾਰ-ਤਾਰ ਹੋ ਗਈ। ਮਜੀਠੀਆ ਸਾਹਿਬ ਇਹ ਤਸਵੀਰਾਂ 11 ਨਵੰਬਰ 2021 ਦੀਆਂ ਪੰਜਾਬ ਵਿਧਾਨ ਸਭਾ ਦੇ ਅੰਦਰ ਹੋਏ ਹਾਈ ਵੋਲਟੇਜ ਹੰਗਾਮੇ ਦੀਆਂ ਨੇ। ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰ ਰਹੇ ਸਨ ਤਾਂ ਦੂਜੇ ਪਾਸੇ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਦੇ ਵਿਚਾਲੇ ਤਿੱਖੀ ਬਹਿਸ ਚੱਲ ਰਹੀ ਸੀ। ਜਦੋਂ ਮੁੱਖ ਮੰਤਰੀ ਚੰਨੀ ਸਿੱਧੂ ਦੇ ਹੱਕ ਵਿੱਚ ਨਿਤਰੇ ਤਾਂ ਮਜੀਠੀਆ ਹੋਰ ਵਿਧਾਇਕਾਂ ਦੇ ਨਾਲ ਸੀਐਮ ਦੇ ਸਾਹਮਣੇ ਆ ਗਏ ਤਾਂ ਨਵਜੋਤ ਸਿੰਘ ਸਿੱਧੂ ਵੀ ਮਜੀਠੀਆ ਦੇ ਸਾਹਮਣੇ ਖੜੇ ਹੋ ਗਏ। ਫਿਰ ਦੋਵਾਂ ਦੇ ਵਿਚਾਲੇ ਤੂੰ ਮੈਂ ਸ਼ੁਰੂ ਹੋ ਗਈ। ਵੇਖਦੇ ਹੀ ਵੇਖਦੇ ਮਾਮਲਾ ਇੰਨਾ ਜ਼ਿਆਦਾ ਭੱਗ ਗਿਆ ਕਿ ਵਿਧਾਨ ਸਭਾ ਦੀ ਮਰਿਆਦਾ ਨੂੰ ਛਿੱਕੇ ਟੰਗ ਦਿੱਤਾ ਗਿਆ। ਵਿਧਾਨ ਸਭਾ ਦੇ ਸਪੀਕਰ ਨੇ ਬਹਿਸ ਦੇ ਦੌਰਾਨ ਬੋਲੇ ਸ਼ਬਦਾਂ ਨੂੰ ਸਦਨ ਦੀ ਕਾਰਵਾਈ ਚੋਂ ਕੱਢਣ ਦੇ ਹੁਕਮ ਦਿੱਤੇ। ਇਸ ਤੋਂ ਪਹਿਲਾਂ 2018 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਵਿਧਾਨ ਸਭਾ ਦੇ ਵਿੱਚ ਬੇਅਦਬੀ ਮਾਮਲੇ ਦੇ ਵਿੱਚ ਐਸਆਈਟੀ ਬਣਾਉਣ ਦਾ ਫੈਸਲਾ ਕੀਤਾ ਸੀ ਤਾਂ ਵਿਧਾਨ ਸਭਾ ਦੇ ਅੰਦਰ ਸਿੱਧੂ ਤੇ ਮਜੀਠੀਆ ਦੇ ਵਿਚਾਲੇ ਤਿੱਖੀ ਬਹਿਸ ਦੇਖਣ ਨੂੰ ਮਿਲੀ ਸੀ। ਵਿਧਾਨ ਸਭਾ ਦੇ ਸਪੀਕਰ ਦੇ ਦਖਲ ਤੋਂ ਬਾਅਦ ਮਾਮਲਾ ਸ਼ਾਂਤ ਕਰਵਾਇਆ ਗਿਆ ਸੀ। ਇਸ ਤੋਂ ਪਹਿਲਾਂ ਐਸਟੀਐਫ ਦੀ ਰਿਪੋਰਟ ਨੂੰ ਲੈ ਕੇ ਵੀ ਕਈ ਵਾਰ ਨਵਜੋਤ ਸਿੰਘ ਸਿੱਧੂ ਤੇ ਬਿਕਰਮ ਮਜੀਠੀਆ ਆਮੋ ਸਾਹਮਣੇ ਹੋ ਚੁੱਕੇ ਨੇ। ਸਿਰਫ ਇੰਨਾ ਹੀ ਨਹੀਂ, ਮਜੀਠੀਆ ਦੇ ਖਿਲਾਫ ਕਾਰਵਾਈ ਦੇ ਵਿੱਚ ਢਿੱਲ ਹੋਣ ਤੇ ਸਿੱਧੂ ਨੇ ਪਹਿਲਾਂ ਤਤਕਾਲੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਿਸ਼ਾਨੇ ਸਾਧੇ ਸਨ ਅਤੇ ਫਿਰ ਉਸ ਤੋਂ ਬਾਅਦ ਸੀਐਮ ਚੰਨੀ ਤੇ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਵੀ ਘੇਰਿਆ ਸੀ। 2016 ਨੂੰ ਜਦੋਂ ਨਵਜੋਤ ਸਿੰਘ ਸਿੱਧੂ ਨੇ ਬੀਜੇਪੀ ਛੱਡੀ ਸੀ ਤਾਂ ਉਹਨਾਂ ਨੇ ਪਾਰਟੀ ਛੱਡਣ ਦੀ ਵਜ੍ਹਾ ਸੁਖਬੀਰ ਸਿੰਘ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਨੂੰ ਦੱਸਿਆ ਸੀ। ਹਾਲਾਂਕਿ ਜਵਾਬ ਦੇ ਵਿੱਚ ਮਜੀਠੀਆ ਵਾਰ-ਵਾਰ ਸਿੱਧੂ ਨੂੰ 2009 ਦੀ ਲੋਕ ਸਭਾ ਚੋਣਾਂ ਦੇ ਨਤੀਜੇ ਯਾਦ ਕਰਵਾਉਂਦੇ ਸਨ, ਜਿਸ ਵਿੱਚ ਮਜੀਠਾ ਹਲਕੇ ਦੀ ਵਜ੍ਹਾ ਕਰਕੇ ਸਿੱਧੂ ਹਾਰ ਤੋਂ ਬਚੇ ਸਨ। ਹੁਣ 2022 ਦੀਆਂ ਚੋਣਾਂ ਤੋਂ ਠੀਕ ਪਹਿਲਾਂ ਜਿਸ ਤਰ੍ਹਾਂ ਦੇ ਨਾਲ ਡਰੱਗ ਮਾਮਲੇ ਦੇ ਵਿੱਚ ਸਿੱਧੂ ਤੇ ਮਜੀਠੀਆ ਆਮੋ ਸਾਹਮਣੇ ਖੜੇ ਹੋ ਗਏ ਨੇ, ਉਸਨੇ ਇਸ ਸਿਆਸੀ ਲੜਾਈ ਨੂੰ ਹੋਰ ਦਿਲਚਸਪ ਬਣਾ ਦਿੱਤਾ ਹੈ। ਬਿਊਰੋ ਰਿਪੋਰਟ, ਨਿਊਜ਼ 18। ਤੇ ਬਿਕਰਮ ਮਜੀਠੀਆ ਨੂੰ ਡਰੱਗ ਮਾਮਲੇ 'ਚ 3 ਦਿਨ ਤੱਕ ਗ੍ਰਿਫਤਾਰੀ ਤੋਂ ਰਾਹਤ ਮਿਲੀ ਹੈ। ਮੌਕੇ ਦਾ ਫਾਇਦਾ ਚੱਕਦਿਆਂ ਅੱਜ ਮਜੀਠੀਆ ਵੀ ਮੀਡੀਆ ਦੇ ਸਾਹਮਣੇ ਆਏ। ਕਾਂਗਰਸ ਤੇ ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆਏ ਤੇ ਸਾਜ਼ਿਸ਼ ਰਚਨ ਦੇ ਇਲਜ਼ਾਮ ਲਾਏ। ਮਜੀਠੀਆ ਦੇ ਇਲਜ਼ਾਮਾਂ ਤੇ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ ਨੇ ਵੀ ਉਸੇ ਅੰਦਾਜ਼ ਦੇ ਵਿੱਚ ਜਵਾਬ ਦਿੱਤਾ। ਬਿਕਰਮ ਸਿੰਘ ਮਜੀਠੀਆ ਜਿੰਦਾਬਾਦ। ਬਿਕਰਮ ਸਿੰਘ ਅਦਾਲਤ ਤੋਂ ਮਿਲੀ ਰਾਹਤ ਦੇ ਵਿਚਾਲੇ ਬਿਕਰਮ ਮਜੀਠੀਆ ਮੀਡੀਆ ਦੇ ਅੱਗੇ ਆਪਣਾ ਪੱਖ ਰੱਖਣ ਦੇ ਲਈ ਆਏ। ਮਜੀਠੀਆ ਨੇ ਇੱਕ ਵਾਰ ਫਿਰ ਤੋਂ ਖੁਦ ਨੂੰ ਬੇਗੁਨਾਹ ਦੱਸਿਆ। ਕਾਂਗਰਸ ਸਰਕਾਰ ਅਤੇ ਸਾਬਕਾ ਡੀਜੀਪੀ ਚਟੋਪਾਧਿਆਏ ਤੇ ਗੰਭੀਰ ਇਲਜ਼ਾਮ ਲਾਏ। ਮਜੀਠੀਆ ਨੇ ਦਾਅਵਾ ਕੀਤਾ ਕਿ ਸੀਐਮ ਚੰਨੀ ਗ੍ਰਹਿ ਮੰਤਰੀ ਦੇ ਹੁਕਮਾਂ ਤੇ
ਸਾਬਕਾ ਡੀਜੀਪੀ ਸਿਧਾਰਥ ਚਟੋਪਾਧਿਆ ਨੇ ਇੱਕ ਭਗੌੜੇ ਦੇ ਨਾਲ ਮਿਲ ਕੇ ਉਹਨਾਂ ਨੂੰ ਫਸਾਉਣ ਦੀ ਸਾਰੀ ਸਾਜ਼ਿਸ਼ ਰਚੀ ਸੀ। ਮਜੀਠੀਆ ਦੇ ਇਲਜ਼ਾਮਾਂ ਤੇ ਗ੍ਰਹਿ ਮੰਤਰੀ ਰੰਧਾਵਾ ਨੇ ਵੀ ਜਵਾਬ ਦਿੱਤਾ ਹੈ ਅਤੇ ਕਿਹਾ ਕਿ ਕੋਈ ਗੁਨਾਹਗਾਰ ਆਪਣਾ ਗੁਨਾਹ ਕਬੂਲ ਨਹੀਂ ਕਰਦਾ। ਅੰਮ੍ਰਿਤਸਰ ਸਾਹਿਬ ਵੀ ਜਾ ਕੇ ਰੇਡ ਕੀਤਾ, ਉੱਥੇ ਜਾ ਕੇ ਮੇਰੇ ਉਹਨਾਂ ਲੋਕਾਂ ਨੂੰ ਦਬਕੇ ਮਾਰੇ ਕਿ ਕੀ ਇਸ ਲਈ ਕੀਤਾ ਜਾ ਰਿਹਾ ਕਿ ਇਲੈਕਸ਼ਨ ਨਾ ਲੜ ਸਕੇ। ਇਹਦੇ ਤੇ ਕੇਸ ਗਲਤ ਬਣਿਆ ਸੀ ਜੀ। ਮੈਂ ਤੇ ਜੀ ਨੇੜੇ ਨਹੀਂ ਸੀ, ਮੈਂ ਤੇ ਗੱਡੀ ਦੇ ਵਿੱਚ ਬੈਠਾ ਸੀ ਤੇ ਮੇਰੀ ਗੱਡੀ ਚੋਂ ਜਿਹੜਾ ਨਸ਼ਾ ਫੜਿਆ ਗਿਆ ਉਹ ਤੇ ਮੇਰੇ ਨਾਲ ਦੇ ਕੋਲ ਫੜਿਆ ਗਿਆ। ਤੇ ਕਦੀ ਇਹ ਲੋਕ ਕਹਿੰਦੇ ਹੁੰਦੇ ਕਿ ਸਾਡੇ ਕੇਸ ਜਿਹੜੇ ਸੀਗੇ। ਬਿਕਰਮ ਮਜੀਠੀਆ ਦਾ ਟਾਰਗੇਟ ਸਾਬਕਾ ਡੀਜੀਪੀ ਦੇ ਨਾਲ-ਨਾਲ ਗ੍ਰਹਿ ਮੰਤਰੀ ਰੰਧਾਵਾ ਵੀ ਸਨ। ਮਜੀਠੀਆ ਨੇ ਗ੍ਰਹਿ ਮੰਤਰੀ ਦੇ ਪਰਿਵਾਰ ਤੇ ਸਵਾਲ ਖੜੇ ਕੀਤੇ, ਜਿਸ ਤੇ ਰੰਧਾਵਾ ਨੇ ਵੀ ਉਸੇ ਲਹਿਜੇ ਦੇ ਵਿੱਚ ਜਵਾਬ ਦਿੱਤਾ ਹੈ। ਜਿਨ੍ਹਾਂ ਦੇ ਪਿਓ ਤੇ ਐਂਟੀ ਨੈਸ਼ਨਲ ਐਲੀਮੈਂਟਸ ਨਾਲ ਮਿਲ ਕੇ ਸੰਤੋਖ ਸਿੰਘ ਰੰਧਾਵੇ ਤੇ ਬੜੇ ਸੰਗੀਨ ਆਰੋਪ ਉਦੋਂ ਵੀ ਲੱਗੇ ਸਨ। ਇਹ ਬਾਰ-ਬਾਰ ਗੱਲ ਆਈ ਸੀ ਕਿ ਇਹ ਪਾਕਿਸਤਾਨ ਦੀ ISI ਨਾਲ ਰਲ ਕੇ ਜਿਹੜੇ ਬੰਦੇ ਦੇਸ਼ ਨੂੰ ਨੁਕਸਾਨ ਪਹੁੰਚਾਉਣਾ ਚਾਹੁੰਦੇ ਆ, ਉਹਨਾਂ ਨਾਲ ਰਲ ਕੇ ਸੰਤੋਖ ਸਿੰਘ ਰੰਧਾਵਾ ਖੇਡਦਾ। ਮੈਂ ਗਦਾਰ ਦੇ ਨਹੀਂ ਜੀ, ਜਿਹੜੇ ਮੇਰੇ ਤੇ ਲੋਕਾਂ ਨੂੰ ਮੇਰਾ ਪਤਾ, ਮੇਰੇ ਪਰਿਵਾਰ ਦਾ ਪਤਾ, ਇਹਨਾਂ ਦੇ ਖਾਨਦਾਨ ਦਾ। ਮਜੀਠੀਆ ਨੇ ਸਵਾਲ ਕੀਤਾ ਕਿ ਉਹਨਾਂ ਦੇ ਮਾਮਲੇ 'ਚ ਵੱਖਰਾ ਕਾਨੂੰਨ ਅਪਣਾਇਆ ਜਾ ਰਿਹਾ ਹੈ। ਸੀਐਮ ਚੰਨੀ, ਰੰਧਾਵਾ ਤੇ ਚਟੋਪਾਧਿਆ ਦੇ ਫੋਨ ਰਿਕਾਰਡ ਕਰਕੇ NIA ਤੋਂ ਜਾਂਚ ਹੋਣੀ ਚਾਹੀਦੀ ਹੈ। ਦੇਖ ਲਓ, PO advising the DGP of the state, isn't this a fit case for NIA inquiry? Why is the inquiry being delayed? और जिस दिन NIA inquiry होगी, ना ए बचू सिद्धार्थ चट्टोपाध्याय, ना बचू होम मिनिस्टर ਤੇ ਨਾ ਬਚੂ ਚੰਨੀ। ਮਜੀਠੀਆ ਨੇ ਇਹ ਵੀ ਦਾਅਵਾ ਕੀਤਾ ਕਿ ਉਹਨਾਂ ਨੇ ਸਰੈਂਡਰ ਕਰਨ ਦਾ ਪਲਾਨ ਬਣਾਇਆ ਸੀ, ਪਰ ਸਰਕਾਰ ਦਾ ਰਵੱਈਆ ਬਦਲਾਖੋਰੀ ਵਾਲਾ ਸੀ, ਜਿਸ ਤੇ ਮੁੱਖ ਮੰਤਰੀ ਚੰਨੀ ਨੇ ਪਲਟਵਾਰ ਕਰਦਿਆਂ ਕਿਹਾ ਕਿ ਮਜੀਠੀਆ ਦੇ ਤੋਤੇ ਉੱਡ ਚੁੱਕੇ ਨੇ। ਕੋਰਟ 'ਚ ਸੁਣਨਾ ਔਰ ਕੋਰਟ 'ਚ ਸੁਣਨ ਤੋਂ ਬਾਅਦ ਜੋ ਕੋਰਟ ਦਾ ਆਰਡਰ ਹੋਊਗਾ, ਜੇ ਤਾਂ ਆਪਾਂ ਨੂੰ ਉਹਨਾਂ ਨੇ ਇੰਟਰਮ ਐਕਸਟੈਂਡ ਕਰਤੀ ਜਾਂ ਪੱਕੀ ਕਰਤੀ, ਆਪਾਂ ਧਨੋਆ ਸਾਹਿਬ ਨਾਲ ਚਾਹ ਪੀ ਕੇ ਆਪਦੇ ਅਗਲੇ ਕੰਮ ਨੂੰ ਚੱਲਾਂਗੇ। ਜੇ ਨਹੀਂ ਕੀਤੀ ਆਪਾਂ ਸਰੈਂਡਰ ਕਰ ਦਿਆਂਗੇ। ਔਰ ਮੈਂ ਤੁਹਾਨੂੰ ਇਹ ਦੇ ਦਿਆਂ, ਇਹ ਉਦਣ ਦੇ ਕਾਗਜ਼ ਬਣੇ ਆ ਮੇਰੇ ਬੇਲ ਦੇ ਸਰੈਂਡਰ ਦੇ। ਮਜੀਠੀਆ ਦਾ ਬਿਆਨ ਆਇਆ, ਆਰਾਮ ਸੇ ਉੱਡ ਗਏ ਤੋਤੇ। ਮੇਰੀ ਜੇ ਡਿਮਾਂਡ ਲਾਈ ਹੋਈ ਤੇ ਮੈਂ ਸਿਲੰਡਰ ਕਰਦਾ ਮਜੀਠੀਆ ਕਰ ਦੇਵੇ, ਫਿਰ ਅੱਜੇ ਕਰ ਦੇਵੇ। ਡਰੱਗ ਮਾਮਲੇ ਦੇ ਵਿੱਚ ਮਜੀਠੀਆ ਨੂੰ ਹਾਈ ਕੋਰਟ ਤੋਂ 3 ਦਿਨ ਦੀ ਰਾਹਤ ਮਿਲੀ ਹੋਈ ਹੈ। ਮਜੀਠੀਆ ਹੁਣ ਸੁਪਰੀਮ ਕੋਰਟ ਦੇ ਵਿੱਚ ਲੜਾਈ ਲੜਨਗੇ, ਪਰ ਇਸ ਵਿਚਾਲੇ ਪੰਜਾਬ ਦੇ ਸਿਆਸੀ ਪਿੜ ਵਿੱਚ ਲੜਾਈ ਆਪਣੇ ਸਿਖਰ ਤੇ ਹੈ। ਚੰਡੀਗੜ੍ਹ ਤੋਂ ਨਪਿੰਦਰ ਬਰਾੜ ਦੇ ਨਾਲ ਗੁਰਦਾਸਪੁਰ ਤੋਂ ਬਿਸ਼ੰਬਰ ਬਿੱਟੂ, ਨਿਊਜ਼ 18। ਤੇ ਬਿਕਰਮ ਮਜੀਠੀਆ ਡਰੱਗਸ ਮਾਮਲੇ 'ਚ ਫਸੇ ਹੋਏ ਨੇ। ਮਜੀਠੀਆ ਦੇ ਹਲਕੇ ਦੀ ਕਮਾਨ ਸੰਭਾਲਣ ਸੁਖਬੀਰ ਬਾਦਲ ਪਹੁੰਚੇ। ਸੁਖਬੀਰ ਬਾਦਲ ਤੇ ਹਰਸਿਮਰਤ ਬਾਦਲ ਨੇ ਜਿੱਥੇ ਬਿਕਰਮ ਵੱਲੋਂ ਕੀਤੇ ਕੰਮਾਂ ਦਾ ਹਵਾਲਾ ਦਿੱਤਾ, ਉੱਥੇ ਹੀ ਵਰਕਰਾਂ ਨੂੰ ਤਗੜੇ ਹੋ ਕੇ ਲੜਾਈ ਲੜਨ ਦੀ ਵੀ ਅਪੀਲ ਕੀਤੀ। ਕਹਿੰਦੇ ਨਾ ਸਾਲੇ ਨੂੰ ਨਾ ਨਹੀਂ ਕਰ ਸਕਦੇ, ਹੈ ਤਾਂ ਲਫ਼ਜ਼ ਐਜਾ ਹੀ ਹੈ। ਬਿਕਰਮ ਮਜੀਠੀਆ ਦੀ ਗੈਰ ਹਾਜ਼ਰੀ ਦੇ ਵਿੱਚ ਸੁਖਬੀਰ ਬਾਦਲ ਤੇ ਹਰਸਿਮਰਤ ਕੌਰ ਬਾਦਲ ਨੇ ਮਜੀਠਾ ਹਲਕੇ ਦੇ ਵਿੱਚ ਚੋਣ ਮੋਰਚਾ ਸੰਭਾਲਿਆ। ਸੁਖਬੀਰ ਨੇ ਮੰਚ ਤੋਂ ਮਜੀਠੀਆ ਦੇ ਵੱਲੋਂ ਕੀਤੇ ਕੰਮ ਗਿਣਵਾਏ ਅਤੇ ਲੋਕਾਂ ਤੋਂ ਸਹਿਯੋਗ ਮੰਗਿਆ ਕਿ ਇਸ ਵਾਰ ਮਜੀਠੀਆ ਨੂੰ ਵੱਡੀ ਲੀਡ ਦੇ ਨਾਲ ਜਿਤਾ ਕੇ ਕਾਂਗਰਸ ਨੂੰ ਜਵਾਬ ਦੇਣ। ਸੁਖਬੀਰ ਨੇ ਉਮੀਦ ਜਤਾਈ ਕਿ ਸੁਪਰੀਮ ਕੋਰਟ ਤੋਂ ਰਾਹਤ ਮਿਲੇਗੀ, ਪਰ ਨਾਲ ਹੀ ਵਰਕਰਾਂ ਨੂੰ ਚੌਕਸ ਕੀਤਾ ਕਿ ਕੇਸ ਭਾਵੇਂ ਝੂਠਾ ਹੈ, ਪਰ ਡਰੱਗ ਦਾ ਮਾਮਲਾ ਹੈ, ਧਰਾਵਾਂ ਸਖਤ ਨੇ ਤੇ ਲੜਾਈ ਬਿਨਾਂ ਮਜੀਠੀਏ ਦੇ ਵੀ ਲੜਨੀ ਪੈ ਸਕਦੀ ਹੈ। ਸੁਪਰੀਮ ਕੋਰਟ 'ਚ ਕੇਸ ਹੈ, ਉਹਨਾਂ ਨੇ ਧਾਰਾ ਹੈ ਜੀ ਲਾਈ ਹੈ, ਇੱਕ 37 ਧਾਰਾ ਹੈ, ਜਿਹਦੇ 'ਚ ਪਹਿਲੇ ਸੁਪਰੀਮ ਕੋਰਟ ਨੇ ਕਿਹਾ ਹੈ ਕਿ ਐਂਟੀਸਪੇਟਰੀ ਬੇਲ ਪੂਰੇ ਹਿੰਦੁਸਤਾਨ 37 ਧਾਰਾ ਦੇ ਥੱਲੇ ਨਹੀਂ ਕਰਨੀ ਕਿਤੇ। ਕੋਈ ਗੱਲ ਨਹੀਂ, ਜਿਨ੍ਹਾਂ ਨੇ ਕੇਸ ਬਣਾਇਆ ਭੁਗਤਣਗੇ। परमात्मा मेहर करे बेल हो जाए। जे बाई चांस कोई समस्या आउंदी है आ जंग तुसी लड़नी है। ਸੁਖਬੀਰ ਨੇ ਇਲਜ਼ਾਮ ਲਾਇਆ ਕਿ ਪਹਿਲਾਂ ਵੱਡੇ ਬਾਦਲ ਤੇ ਫਿਰ ਮੈਨੂੰ ਟਾਰਗੇਟ ਕਰਨ ਦੀ ਕੋਸ਼ਿਸ਼ ਕੀਤੀ ਗਈ, ਪਰ ਅਫਸਰ ਨਹੀਂ ਮੰਨੇ। ਫਿਰ ਮਜੀਠੀਆ ਨੂੰ ਫਸਾਇਆ ਗਿਆ, ਅਫਸਰਾਂ ਤੇ ਦਬਾਅ ਪਾ ਕੇ ਕੇਸ ਦਰਜ ਕਰਵਾਇਆ ਗਿਆ ਤਾਂ ਜੋ ਮਜੀਠੀਆ ਨੂੰ ਚੋਣ ਪਿੜ ਤੋਂ ਬਾਹਰ ਕੀਤਾ ਜਾ ਸਕੇ। ਪਰ ਸਰਕਾਰ ਆਉਣ ਤੇ ਸਭ ਨੂੰ ਜਵਾਬ ਦੇਾਂਗੇ ਤਾਂ ਹਰਸਿਮਰਤ ਨੇ ਵੀ ਕਾਂਗਰਸ ਦੇ ਵੱਡੇ ਆਗੂਆਂ ਨੂੰ ਮਜੀਠਾ ਆਉਣ ਦੀ ਚੁਣੌਤੀ ਦਿੱਤੀ। ਆ ਚੰਨੀ ਦੀ ਤੇ ਸੁੱਖੀ ਰੰਧਾਵਾ ਦੀ ਤੇ ਨਵਜੋਤ ਸਿੱਧੂ ਨੂੰ ਨਾ ਚਟਨੀ ਬਣਾ ਦਾਂਗੇ। आज मैं नवजोत सिद्धू की, चन्नी की, सुखी की, सारिਆਂ ਨੂੰ मैं चुनौती ਦਿੰਦੀ ਹਾਂ ਕਿ ਜਿਹੜੇ ਤੁਸੀਂ ਇੱਥੇ ਛੱਡੇ ਉਹਨਾਂ ਨੂੰ ਹਟਾਓ ਤੇ ਆਪ ਆ ਕੇ ਲੜੋ।
ਅਕਾਲੀ ਹਲਕਿਆਂ ਦੇ ਵਿੱਚ ਬਿਕਰਮ ਮਜੀਠੀਆ ਨੂੰ ਮਾਝੇ ਦਾ ਜਰਨੈਲ ਕਿਹਾ ਜਾਂਦਾ ਹੈ, ਪਰ ਇਸ ਵਾਰ ਡਰੱਗ ਕੇਸ ਦੇ ਵਿੱਚ ਮਜੀਠੀਆ ਦੇ ਲਈ ਖੁੱਲ੍ਹ ਕੇ ਪ੍ਰਚਾਰ ਕਰਨਾ ਚੁਣੌਤੀ ਬਣਿਆ ਹੋਇਆ ਹੈ। ਕਈ ਦਿਨ ਮਜੀਠੀਆ ਨੂੰ ਰੂਪੋਸ਼ ਹੋਣਾ ਪਿਆ ਅਤੇ ਅੱਗੇ ਵੀ ਹੋਣਾ ਪੈ ਸਕਦਾ ਹੈ। ਅਜਿਹੇ ਵਿੱਚ ਮਾਝੇ ਤੇ ਮਜੀਠੀਆ ਦੀ ਕਮਾਨ ਸੁਖਬੀਰ ਤੇ ਹਰਸਿਮਰਤ ਬਾਦਲ ਨੇ ਆਪਣੇ ਹੱਥਾਂ ਦੇ ਵਿੱਚ ਲੈ ਲਈ ਹੈ। ਮਜੀਠਾ ਤੋਂ ਰਾਜੀਵ ਸ਼ਰਮਾ, ਨਿਊਜ਼ 18। ਤੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਡਰੱਗਸ ਇੱਕ ਵਾਰ ਫਿਰ ਤੋਂ ਵੱਡਾ ਮੁੱਦਾ ਬਣ ਕੇ ਉੱਭਰਿਆ ਹੋਇਆ। ਮਜੀਠੀਆ ਤੇ ਦਰਜ ਮਾਮਲੇ ਨੇ ਸਿਆਸਤ ਨੂੰ ਹੋਰ ਵੀ ਗਰਮਾ ਦਿੱਤਾ ਹੈ। ਉਧਰ ਹਰਸਿਮਰਤ ਬਾਦਲ ਤੇ ਸੁਖਬੀਰ ਬਾਦਲ ਮਜੀਠੀਆ ਡਰੱਗਸ ਮਾਮਲੇ ਨੂੰ ਲੈ ਕੇ ਵੱਡੇ ਦਾਅਵੇ ਕਰ ਰਹੇ ਨੇ। ਮੰਗਲਵਾਰ ਨੂੰ ਹਾਈ ਕੋਰਟ ਵੱਲੋਂ ਬਿਕਰਮ ਮਜੀਠੀਆ ਦੀ ਗ੍ਰਿਫਤਾਰੀ ਤੇ ਰੋਕ ਲਾਈ ਗਈ ਹੈ ਤਾਂ ਹਰਸਿਮਰਤ ਬਾਦਲ ਦਾ ਆਪਣੇ ਭਰਾ ਲਈ ਦਰਦ ਛਲਕਿਆ। ਹਰਸਿਮਰਤ ਬਾਦਲ ਨੇ ਆਪਣੇ ਭਰਾ ਲਈ ਭਾਵੁਕ ਹੁੰਦਿਆਂ ਕਿਹਾ ਕਿ ਜੇਕਰ ਮਜੀਠੀਆ ਨੇ ਸੂਈ ਦੇ ਨੱਕੇ ਜਿੰਨਾ ਵੀ ਚਿੱਟਾ ਵੇਚਿਆ ਤਾਂ ਉਸ ਦਾ ਕੱਖ ਨਾ ਰਹੇ, ਪਰ ਜੇਕਰ ਉਸ ਨੂੰ ਫਸਾਇਆ ਜਾ ਰਿਹਾ ਹੈ ਤਾਂ ਉਸ ਨੂੰ ਫਸਾਉਣ ਵਾਲਿਆਂ ਦਾ ਵੀ ਕੱਖ ਨਾ ਰਹੇ। ਕਿ ਜੇ ਮੇਰੇ ਭਰਾ ਨੇ ਸੂਈ ਦੀ ਨੱਕੀ ਭਰ ਦਾ ਵੀ ਕਿਸੇ ਚਿੱਟੇ ਦਾ ਕੋਈ ਤਸਕਰੀ ਕੀਤੀ ਆ ਵੇਚਿਆ, ਕੋਈ ਲੈਣਾ ਦੇਣਾ ਵੀ ਹੈ, ਫਿਰ ਪਰਮਾਤਮਾ ਉਹਦਾ ਕੱਖ ਨਾ ਰਹਿਣ ਦੇ। ਤੇ ਮੈਂ ਅੱਜ ਆ ਵੀ ਕਹਿੰਦੀ ਆ ਕਿ ਜਿਨ੍ਹਾਂ ਨੇ ਇਹਦੇ ਉੱਤੇ ਸਿਆਸਤ ਖੇਡੀ ਹੈ, ਜਿਨ੍ਹਾਂ ਨੇ ਬਿਕਰਮ ਨੂੰ ਅੱਗੇ ਰੱਖ ਕੇ ਉਹਦੀ ਆੜ 'ਚ ਆਪ ਨਸ਼ੇ ਵੀ ਵੇਚੇ ਨੇ ਤੇ ਆਪ ਨਸ਼ਿਆਂ ਦੇ ਉੱਤੇ ਵੇਚਣ ਦੇਖ ਕੇ ਵੀ ਅਣਦੇਖਾ ਕੀਤਾ ਹੈ ਤੇ ਇਹਨਾਂ ਪੁੱਤਾਂ ਤੇ ਭਰਾਵਾਂ ਨੂੰ ਮਰਨ ਦਿੱਤਾ ਹੈ, ਤੇ ਜਿਨ੍ਹਾਂ ਨੇ ਸਿਆਸਤ ਖੇਡੀ ਹੈ, ਅੱਜ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ 'ਚ ਬੇਨਤੀ ਕਿ ਉਹਨਾਂ ਦਾ ਵੀ ਕੱਖ ਨਾ ਰਹੇ, ਕਿਉਂਕਿ ਸਭ ਤੋਂ ਵੱਡੀ ਅਦਾਲਤ ਉਹਦੀ ਹੈਗੀ। ਇੱਕ ਪਾਸੇ ਹਰਸਿਮਰਤ ਬਾਦਲ ਤਾਂ ਦੂਜੇ ਪਾਸੇ ਸੁਖਬੀਰ ਬਾਦਲ ਵੀ ਮਜੀਠੀਆ ਨੂੰ ਲੈ ਕੇ ਵੱਡੇ ਦਾਅਵੇ ਕਰ ਰਹੇ ਨੇ। ਸੁਖਬੀਰ ਬਾਦਲ ਨੇ ਮਜੀਠੀਆ ਮਾਮਲੇ ਵਿੱਚ ਸਿਆਸਤ ਛੱਡਣ ਦਾ ਚੈਲੰਜ ਤੱਕ ਕਰ ਦਿੱਤਾ ਹੈ। ਸੁਖਬੀਰ ਬਾਦਲ ਨੇ ਕਿਹਾ ਹੈ ਕਿ ਜੇਕਰ ਮਜੀਠੀਆ ਖਿਲਾਫ ਨਸ਼ੇ ਦੇ ਮਾਮਲੇ ਵਿੱਚ ਕੋਈ ਵੀ ਸਬੂਤ ਮਿਲਦਾ ਹੈ ਤਾਂ ਉਹ ਸਿਆਸਤ ਛੱਡ ਦੇਣਗੇ। ਪਰ ਮੈਂ ਸੁਖਬੀਰ ਸਿੰਘ ਬਾਦਲ ਪ੍ਰੈਜ਼ੀਡੈਂਟ ਸ਼੍ਰੋਮਣੀ ਅਕਾਲੀ ਦਲ ਜੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਇੱਕ ਵੀ ਸਬੂਤ ਕੋਈ ਲਿਆ ਦੇ ਡਰੱਗਸ ਦਾ, ਸੁਖਬੀਰ ਸਿੰਘ ਬਾਦਲ ਸਿਆਸਤ ਛੱਡ ਦੂਗਾ। ਅਕਾਲੀ ਦਲ ਦਾ ਦਾਅਵਾ ਹੈ ਕਿ ਬਿਕਰਮ ਮਜੀਠੀਆ ਖਿਲਾਫ ਝੂਠਾ ਪਰਚਾ ਦਰਜ ਕਰਨ ਦੀ ਸਾਜ਼ਿਸ਼ ਚੰਨੀ ਸਰਕਾਰ ਵੱਲੋਂ ਰਚੀ ਗਈ ਹੈ ਅਤੇ ਡੀਜੀਪੀ ਚਟੋਪਾਧਿਆਏ ਇਸ ਸਾਜ਼ਿਸ਼ ਦੇ ਮਾਸਟਰਮਾਈਂਡ ਨੇ, ਜਦਕਿ ਪਹਿਲੇ 2 ਡੀਜੀਪੀਜ਼ ਨੇ ਮਜੀਠੀਆ ਖਿਲਾਫ ਝੂਠਾ ਪਰਚਾ ਦਰਜ ਕਰਨ ਤੋਂ ਨਾ ਕਰ ਦਿੱਤੀ ਸੀ, ਜਿਸ ਕਾਰਨ ਉਹਨਾਂ ਨੂੰ ਆਪਣੇ ਅਹੁਦੇ ਤੋਂ ਵੀ ਹੱਥ ਧੋਣਾ ਪਿਆ ਸੀ। ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ। ਤੇ ਗੱਲ ਕਰਦੇ ਆ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਦੀ। 94 ਸਾਲ ਦੀ ਉਮਰ ਹੋ ਗਈ ਹੈ। ਇੱਕ ਵਾਰ ਫਿਰ ਚੋਣ ਮੈਦਾਨ ਦੇ ਵਿੱਚ ਉਤਰ ਰਹੇ ਨੇ। ਆਪਣੀ ਜੱਦੀ ਸੀਟ ਲੰਬੀ ਤੋਂ ਸਿਆਸਤ ਦੇ ਬਾਬਾ ਬੋੜ ਮੰਨੇ ਜਾਂਦੇ ਨੇ ਤੇ ਇਸ ਐਲਾਨ ਤੋਂ ਬਾਅਦ, ਉਹਨਾਂ ਦੀ ਉਮੀਦਵਾਰੀ ਦੇ ਇਸ ਐਲਾਨ ਤੋਂ ਬਾਅਦ ਵਿਰੋਧੀ ਧਿਰਾਂ ਵੀ ਹਰਕਤ 'ਚ ਆ ਗਈਆਂ। 94 ਸਾਲਾ ਪ੍ਰਕਾਸ਼ ਸਿੰਘ ਬਾਦਲ ਦੇ ਮੁੜ ਤੋਂ ਚੋਣ ਲੜਨ ਦਾ ਐਲਾਨ ਹੋ ਗਿਆ। ਲੰਬੀ ਵਿੱਚ ਉਹਨਾਂ ਦੇ ਨਵੇਂ ਦਫ਼ਤਰ ਦਾ ਉਦਘਾਟਨ ਕੀਤਾ ਗਿਆ ਤਾਂ ਦੂਜੇ ਪਾਸੇ ਬਾਦਲ ਜੋੜੇ ਨੇ ਵੀ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਮੈਦਾਨ 'ਚ ਉਤਰਨ ਤੇ ਪੱਕੀ ਮੋਹਰ ਲਾਈ ਹੈ। ਹਰਸਿਮਰਤ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਲੰਬੀ ਤੋਂ ਚੋਣ ਲੜਨਗੇ ਅਤੇ ਵੱਡੀ ਜਿੱਤ ਪ੍ਰਾਪਤ ਕਰਨਗੇ। ਮਾਲਿਕ ਕਿਰਪਾ ਕਰਨ, ਸਮੂਹ ਅਕਾਲੀ ਦਲ ਦੇ ਹਰੇਕ ਉਮੀਦਵਾਰ ਨੂੰ ਵੱਡੀ ਗਿਣਤੀ ਦੇ ਨਾਲ ਲੋਕਾਂ ਦੇ ਚਰਨਾਂ 'ਚ ਬੇਨਤੀ ਹੈ, ਸਾਨੂੰ ਇੱਕ ਮਜ਼ਬੂਤ ਸਰਕਾਰ, ਇੱਕ ਸਥਾਈ ਸਰਕਾਰ ਚਾਹੀਦੀ ਹੈ। ਇਹ ਖਰੀਦ ਫਰੋਲ ਕਰਨ ਵਾਲੀ ਜਿਹੜੀ ਦਿੱਲੀ ਦੀ ਪਾਰਟੀਆਂ, ਇਹਨਾਂ ਤੋਂ ਸੁਚੇਤ ਰਹਿਣਾ ਹੈਗਾ। ਤੇ ਅੱਜ ਮੈਨੂੰ ਮਾਣ ਹੈ ਕਿ ਬਾਦਲ ਸਾਹਿਬ ਨੇ ਆਪਣੀ ਉਮਰ ਦੇ 70 ਸਾਲ ਲੋਕ ਸੇਵਾ 'ਚ ਲਾਏ ਤੇ ਜਿਹੜੇ ਝੂਠ ਮਾਰਦੇ ਨੇ ਕਿ ਬਾਦਲ ਸਾਹਿਬ ਲੈਂਦੇ ਨੇ ਪੈਨਸ਼ਨ ਲੈਂਦੇ ਨੇ, ਮੈਨੂੰ ਲੱਗਦਾ ਹੈ ਅੱਜ ਸ਼ਾਇਦ ਉਹਨਾਂ ਦੀ ਇਹ ਸ਼ਾਇਦ 12ਵੀਂ ਕੀ 13ਵੀਂ ਚੋਣ ਹੋਏਗੀ ਤੇ ਪੈਨਸ਼ਨ ਤੋਂ ਲੈਂਦਾ ਜਿਹੜਾ ਰਿਟਾਇਰ ਹੋ ਗਿਆ। ਹੁਣ ਵੀ ਲੰਬੀ ਦੇ ਲੋਕਾਂ ਨੇ ਸਾਥ ਦੇ ਕੇ ਵੱਡੀ ਗਿਣਤੀ ਨਾਲ ਉਹਨਾਂ ਨੂੰ ਕਾਮਯਾਬ ਕਰਕੇ ਸ਼੍ਰੋਮਣੀ ਅਕਾਲੀ ਦਲ ਬੀਐਸਪੀ ਦੀ ਸਰਕਾਰ ਬਣੀ। ਦਿੱਲੀ ਸੀਟ ਲੰਬੀ ਜਿੱਥੇ ਪਾਰਟੀ ਦੇ ਸਰਪ੍ਰਸਤ ਸਾਹਿਬ ਪ੍ਰਕਾਸ਼ ਸਿੰਘ ਜੀ ਬਾਦਲ ਅਗਵਾਈ ਕਰਨਗੇ ਸੀਟ ਦੀ ਤੇ ਇਲੈਕਸ਼ਨ ਲੜਨਗੇ। ਜਦਕਿ ਪ੍ਰਕਾਸ਼ ਸਿੰਘ ਬਾਦਲ ਦੇ ਚੋਣ ਲੜਨ ਦੀ ਖਬਰ ਸੁਣਦਿਆਂ ਹੀ ਵਿਰੋਧੀ ਹਰਕਤ ਵਿੱਚ ਆ ਗਏ ਨੇ। ਲੰਬੀ ਤੋਂ ਕਾਂਗਰਸੀ ਉਮੀਦਵਾਰ ਜਗਪਾਲ ਸਿੰਘ ਅਬੁਲ ਖੁਰਾਨਾ ਨੇ
ਬਾਦਲਾਂ ਨੂੰ ਸਿਆਸਤ ਤੋਂ ਲਾਂਭੇ ਕਰਨ ਦਾ ਦਾਅਵਾ ਕੀਤਾ ਹੈ। ਜਦੋਂ ਜ਼ੋਰ ਲਾਇਆ ਤਾਂ ਆਪਾਂ 11,000 16,000 ਤੇ ਆ ਗਏ ਤੇ ਐਤਕੀ ਮੈਂ ਤੁਹਾਨੂੰ ਬੇਨਤੀ ਕਰਨ ਆਇਆ ਭਾਈ ਜਿਹੜੇ ਉਹ 16,000 ਉਹ ਸਾਫ਼ ਕਰਨੀ ਹੈ ਤੇ ਬਾਦਲਾਂ ਨੂੰ ਸੋਚਣਾ ਹੈ। ਇਸ ਤੋਂ ਪਹਿਲਾਂ ਕਿਆਸ ਲਾਏ ਜਾ ਰਹੇ ਸੀ ਕਿ ਸੁਖਬੀਰ ਸਿੰਘ ਬਾਦਲ ਲੰਬੀ ਅਤੇ ਜਲਾਲਾਬਾਦ ਦੋ ਥਾਵਾਂ ਤੋਂ ਚੋਣ ਲੜ ਸਕਦੇ ਨੇ, ਪਰ ਹੁਣ ਪਾਰਟੀ ਨੇ ਸਾਫ਼ ਕਰ ਦਿੱਤਾ ਹੈ ਕਿ ਲੰਬੀ ਹਲਕਾ ਮੁੜ ਤੋਂ ਪ੍ਰਕਾਸ਼ ਸਿੰਘ ਬਾਦਲ ਦਾ ਹੋਵੇਗਾ, ਜਿਸ ਨਾਲ ਵਿਰੋਧੀਆਂ ਨੂੰ ਵੀ ਕਰੜੀ ਟੱਕਰ ਮਿਲਣਾ ਪੱਕਾ ਹੋ ਗਿਆ ਹੈ। ਲੰਬੀ ਤੋਂ ਜਗਪਾਲ ਸਿੰਘ ਅਤੇ ਮਲੋਟ ਤੋਂ ਚੇਤਨਪੁਰਾ ਦੇ ਨਾਲ ਅੰਮ੍ਰਿਤਸਰ ਤੋਂ ਰਾਜੀਵ ਸ਼ਰਮਾ, ਨਿਊਜ਼ 18 ਪੰਜਾਬ। ਇੱਕ ਛੋਟਾ ਜਿਹਾ ਕਮਰਸ਼ੀਅਲ ਬ੍ਰੇਕ, ਜਲਦ ਵਾਪਸ ਹੋਣੀ।